ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜਿੱਥੇ ਮਹਿਮਾ ਕਰਦੇ ਨਾਮ ਦੀ, ਸੱਚ ਦੀ, ਜੋ ਸਾਡਾ ਸਾਰਿਆਂ ਦਾ ਮਾਤਾ ਪਿਤਾ ਹੈ, ਉੱਥੇ ਨਾਲ ਨਾਲ ਮਹਿਮਾ ਕਰਦੇ ਸਾਧ ਸੰਗਤ ਦੀ। ਬਈ ਜਦੋਂ ਅਸੀਂ ਸਾਧ ਸੰਗਤ ਕਰਦੇ, ਸਾਨੂੰ ਸੰਗ ਹੁੰਦਾ ਸੰਤ ਜਨਾਂ ਦਾ, ਸਾਧੂ ਜਨਾਂ ਦਾ, ਉਹਦੀ ਮਹਿਮਾ ਸਾਧ ਸੰਗਤ ਸੀ। ਸਾਧ ਸੰਗਤ ਕਰਕੇ ਸਾਡੇ ਮਨ ਤੋਂ ਜਿਹੜੀ ਮੈਲ ਹੈ, ਮੈਲ ਉਤਰ ਜਾਂਦੀ। ਕਰੋੜਾਂ ਹੀ ਸਾਡੇ ਕੀਤੇ ਹੋਏ ਪਾਪ ਉਹ ਖੰਡਨ ਹੋ ਜਾਂਦੇ। ਸਾਡਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਸਤਿਗੁਰੂ ਇਹ ਸਤ ਸੰਗਤ ਦੀ, ਸਾਧੂ ਦੇ ਸੰਗ ਦੀ ਵਡਿਆਈ ਕਰਦੇ ਹੋਏ ਆਪਾਂ ਨੂੰ ਫਰਮਾਉਂਦੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ। ਬਈ ਮੈਲ ਜਿਹੜੀ ਸੀ ਉਹ ਲੈ ਗਈ, ਅਤੇ ਜਿਹੜੇ ਪਾਪ ਸੀ ਉਹ ਖੰਡਨ ਹੋ ਗਏ। ਇਹ ਜਿਹੜਾ ਮਨ ਸੀ ਨਿਰਮਲ ਭਈ ਚੀਜ਼, ਵੀ ਚਿੱਤ ਸੀ ਜਿਹੜਾ ਨਿਰਮਲ ਹੋ ਗਿਆ। ਕੋਟ ਹੋਏ ਪਗ ਹਰ ਹਰੇ ਨਿਰਮਲ ਭਈ ਚੀਜ਼, ਵੀ ਜਿਹੜਾ ਮਨ ਸੀ ਉਹ ਨਿਰਮਲ ਹੋ ਗਿਆ, ਵੀ ਮੈਲ ਸੀ ਜਿਹੜੀ ਉਹ ਖੋ ਗਈ। ਇਹ ਮਹਿਮਾ ਹੈ ਸਾਧੂ ਦੇ ਸੰਗ ਦੀ, ਸਤ ਸੰਗਤ ਦੀ। ਹੁਣ ਜਦੋਂ ਆਪਾਂ ਸਤ ਸੰਗਤ ਕਰਦੇ, ਇੱਥੇ ਆ ਕੇ ਸਾਨੂੰ ਇਹ ਭੇਤ ਆਉਂਦਾ ਇਹ ਸਾਡੇ ਮਨ ਦੇ ਉੱਤੇ ਕਿਹੜੀ ਮੈਲ ਲੱਗਦੀ, ਕਿਵੇਂ ਸਾਡਾ ਮਨ ਮੈਲਾ ਹੋਏ ਅਤੇ ਕਿਵੇਂ ਇਹਨੇ ਸ਼ੁੱਧ ਹੋਣਾ। ਜਦ ਤੱਕ ਜੀਵਨ ਸਤ ਸੰਗਤ ਨਹੀਂ ਕਰਦਾ, ਉਹਦਾ ਮਨ ਹੈ ਜਿਹੜਾ ਮੈਲ ਦੇ ਨਾਲ ਭਰਿਆ ਰਹਿੰਦਾ। ਜਿਵੇਂ ਆਮ ਜੀਵ ਕਹਿ ਦਿੰਦੇ ਦਿਲ ਸਾਫ਼ ਹੋਣਾ ਚਾਹੀਦਾ ਜੀ, ਗੁਰਦੁਆਰੇ ਜਾਣ ਦੀ ਕੀ ਲੋੜ ਹੈ,
ਸਾਨੂੰ ਸਿਮਰਨ ਕਰਨ ਦੀ ਕੀ ਲੋੜ ਹੈ? ਅਸੀਂ ਕਿਹੜਾ ਕਿਸੇ ਦਾ ਮਾੜਾ ਕਰਦੇ। ਹੁਣ ਜਿਹੜਾ ਜੀਵ ਸਿਮਰਨ ਨਹੀਂ ਕਰਦਾ, ਸਾਧ ਸੰਗਤ ਨਹੀਂ ਕਰਦਾ, ਉਹਦਾ ਮਨ ਕਦੇ ਸਾਫ਼ ਨਹੀਂ ਹੋ ਸਕਦਾ। ਉਹਦੇ ਅੰਦਰੋਂ ਵੈਰ ਵਿਰੋਧ ਈਰਖਾ ਨਫ਼ਰਤ ਜਾ ਹੀ ਨਹੀਂ ਸਕਦੀ। ਇਸ ਲਈ ਮਹਾਰਾਜ ਕਹਿੰਦੇ ਵੀ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਾਧ ਸੰਗਤ ਪ੍ਰਾਪਤ ਨਹੀਂ ਹੁੰਦੀ। ਅਤੇ ਜਦ ਤੱਕ ਸਾਨੂੰ ਸਾਧ ਸੰਗਤ ਮਿਲਦੀ ਨਹੀਂ, ਸਾਡਾ ਜਿਹੜਾ ਮਨ ਉਹ ਮੈਲ ਦੇ ਨਾਲ ਭਰਿਆ ਰਹਿੰਦਾ, ਪਾਪਾਂ ਦੇ ਨਾਲ ਭਰਿਆ ਰਹਿੰਦਾ। ਸਤਿਗੁਰੂ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਸਤ ਸੰਗਤ ਤੋਂ ਬਿਨਾਂ ਮੈਲ ਦੇ ਨਾਲ ਮਨ ਭਰਿਆ ਹੋਇਆ, ਅੰਦਰ ਵੈਰ ਵਿਰੋਧ ਹੈ, ਈਰਖਾ ਨਫ਼ਰਤ ਹੈ, ਉਹ ਖਤਮ ਨਹੀਂ ਹੁੰਦੀ, ਜਾਂਦੀ ਨਹੀਂ। ਹੁਣ ਇਹੋ ਮੈਲ ਹੈ ਵਿਚਾਰਾਂ ਦੀ, ਵੈਰ ਵਿਰੋਧ ਦੀ, ਨਿੰਦਿਆ ਚੁਗਲੀ ਦੀ, ਸਹਿੰਸੇ ਫਿਕਰਾਂ ਦੀ, ਚਿੰਤਾਵਾਂ ਦੀ। ਇਹਨਾਂ ਨੂੰ ਹੀ ਪਾਪ ਕਹਿੰਦੇ, ਵਿਚਾਰਾਂ ਨੂੰ। ਇਹ ਪਾਪਾਂ ਦੀ, ਵਿਚਾਰਾਂ ਦੀ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ, ਇਹਨਾਂ ਦੇ ਵਿੱਚ ਹੀ ਮੈਲਾ ਹੋ ਗਈ। ਸਤਿਗੁਰੂ ਫਰਮਾਉਂਦੇ ਸਹਿੰਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਈ। ਬਈ ਇਹ ਸਹਿੰਸੇ ਫਿਕਰ ਕਰਕੇ, ਚਿੰਤਾਵਾਂ ਕਰਕੇ ਇਹ ਮਨ ਸੀ ਜਿਹੜਾ ਮੈਲਾ ਹੋ ਗਿਆ, ਇਹਦੇ 'ਤੇ ਮੈਲ ਚੜ੍ਹ ਗਈ ਪਾਪਾਂ ਦੀ। ਹੁਣ ਜਿਵੇਂ ਸਾਡੇ ਤਨ ਨੂੰ ਮੈਲ ਲੱਗਦੀ, ਇਹ ਆਪਾਂ ਕੱਪੜਾ ਪਹਿਨਦੇ ਹਾਂ, ਕੱਪੜਾ ਮੈਲਾ ਹੋ ਜਾਂਦਾ, ਇਹਨੂੰ ਆਪਾਂ ਪਾਣੀ ਅਤੇ ਸਾਬਣ ਨਾਲ ਧੋ ਲੈਂਦੇ, ਮੈਲ ਉਤਰ ਜਾਂਦੀ। ਜਿਹੜੀ ਸਾਡੇ ਮਨ ਦੇ ਉੱਤੇ ਮੈਲ ਲੱਗੀ, ਉਹ ਪਾਣੀ ਨਾਲ ਨਹੀਂ ਲੈਂਦੀ, ਨਾ ਉਹ ਸਾਬਣ ਨਾਲ ਲੈਂਦੀ। ਐਸਾ ਕੋਈ ਸਾਬਣ ਨਹੀਂ ਬਣਿਆ ਸੰਸਾਰ ਜਿਹਦੇ ਨਾਲ ਮਨ ਧੋਤਾ ਜਾਵੇ। ਸਤਿਗੁਰੂ ਕਹਿੰਦੇ ਵੀ ਮਨ ਧੋਤਾ ਜਾਣਾ ਨਾਮ ਦੁਆਰੇ। ਸਾਨੂੰ ਰੋਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਕੇ। ਮੂਤ ਭਲੀਤੀ ਕੱਪੜ ਹੋਈ, ਦੇ ਸਾਬੁਣ ਲਈਏ ਉੱਥੋਂ ਹੀ। ਭਰੀਏ ਮਤ ਪਾਪਾਂ ਕੀ ਸੰਗ, ਉਹ ਧੋਪੇ ਨਾਮੇ ਕੇ ਰੰਗ। ਵੀ ਨਾਮ ਦੁਆਰਾ ਧੁੱਤ ਜਣ। ਹੁਣ ਇਹ ਜਿਹੜਾ ਨਾਮ ਹੈ, ਇਹ ਨਾਮ ਸਾਨੂੰ ਕਿੱਥੋਂ ਮਿਲੇ, ਜਿਹਦੇ ਨਾਲ ਸਾਡਾ ਮਨ ਧੁੱਤ ਜਣ। ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਧੋਤਾ ਨਹੀਂ ਜਾਂਦਾ। ਹੁਣ ਫਿਰ ਇਹ ਆਪਾਂ ਸਤਿਗੁਰਾਂ ਤੋਂ ਭੇਦ ਲੈਣਾ ਹੁੰਦਾ। ਨਾਮ ਦਾ ਹੀ ਭੇਦ ਫਿਰ ਸਾਨੂੰ ਸਤ ਸੰਗਤ ਦੇ ਵਿੱਚ ਆ ਕੇ ਆਉਂਦਾ। ਸਤ ਸੰਗਤ ਦੀ ਨਿਸ਼ਾਨੀ ਹੀ ਗੁਰਬਾਣੀ ਗੁਰੂ ਵਿੱਚ ਸਾਨੂੰ ਇਹ ਦੱਸੀ ਵੀ ਜਿੱਥੇ ਨਾਮ ਦਾ ਵਿਖਿਆਨ ਹੁੰਦਾ ਹੋਵੇ, ਜਿਸੇ ਨਾਮ ਦੀ ਮਹਿਮਾ, ਨਾਮ ਦਾ ਭੇਦ ਦਿੱਤਾ ਜਾਂਦਾ ਹੋਵੇ, ਉਹਨੂੰ ਸਤ ਸੰਗਤ ਸਮਝਿਓ। ਸਤਿਗੁਰੂ ਫਰਮਾਉਂਦੇ ਸਤ ਸੰਗਤ ਕੈਸੀ ਜਾਣੀਏ, ਜਿਥੇ ਏਕੋ ਨਾਮ ਵਖਾਣੀਏ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਸਤਿਗੁਰੂ ਕਹਿੰਦੇ ਸਤ ਸੰਗਤ ਕਿਹਨੂੰ ਜਾਣੋ, ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਹੋਵੇ, ਉਹਨੂੰ ਸਤ ਸੰਗਤ ਸਮਝੋ। ਸਤ ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ ਫਿਰ ਇਹ ਸਾਰੀ ਮਹਿਮਾ ਹੀ ਨਾਮ ਦੀ ਹੁੰਦੀ। ਸੱਚ ਦੇ ਨਾਮ ਦੀ ਵਡਿਆਈ ਕੀਤੀ ਜਾਂਦੀ। ਸਾਰੀ ਗੁਰਬਾਣੀ ਗੁਰੂ ਵਿੱਚ ਸੱਚ ਤੇ ਨਾਮ ਦੀ ਮਹਿਮਾ ਹੋ ਰਹੀ ਹੈ। ਹੁਣ ਜਿਸ ਨਾਮ ਦੀ ਮਹਿਮਾ ਸਤਿਗੁਰੂ ਕਰ ਰਹੇ, ਉਹ ਨਾਮ ਹੈ ਕੀ ਹੈ? ਉਹ ਨਾਮ ਹੈ ਪਰਮਾਤਮਾ ਅਕਾਲ ਪੁਰਖ, ਪਰਮੇਸ਼ਰ ਵਾਹਿਗੁਰੂ ਦੇ ਮੁਖ ਦੀ ਆਵਾਜ਼।
ਜਿਹਦਾ ਸਾਰਾ ਪਸਾਰਾ ਹੋਇਆ, ਇਹ ਜਿੰਨੇ ਵੀ ਖੰਡ ਬ੍ਰਹਿਮੰਡ, ਜਿੰਨੀ ਵੀ ਸ੍ਰਿਸ਼ਟੀ ਸਾਜੀ ਹੈ, ਇਹ ਸਭ ਨਾਮ ਤੋਂ ਹੀ ਅੱਗੇ ਸਾਰਾ ਪਸਾਰਾ ਹੋਇਆ। ਸਤਿਗੁਰੂ ਫਰਮਾਉਂਦੇ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ। ਬਈ ਮਾਲਕ ਜਦੋਂ ਬੋਲੇ, ਉਹਨਾਂ ਦੀ ਆਵਾਜ਼ ਤੋਂ, ਨਾਮ ਤੋਂ ਹੀ ਇਹ ਸਾਰਾ ਪਸਾਰਾ ਹੋਇਆ। ਔਰ ਜਿਸ ਤੋਂ ਇਹ ਸਾਰਾ ਪਸਾਰਾ ਹੋਇਆ, ਉਹ ਨਾਮ ਪਰਮਾਤਮਾ ਦੇ ਮੁਖ ਦੀ ਆਵਾਜ਼ ਹੈ। ਉਹ ਨਾਮ ਕਿਸੇ ਲਿਖਤ ਪੜ੍ਹਤ 'ਚ ਨਹੀਂ ਆਉਂਦਾ। ਉਹ ਨਾਮ ਸੰਸਾਰ ਦੀ ਭਾਸ਼ਾ 'ਚ ਨਹੀਂ ਆਉਂਦਾ। ਉਹ ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਸੁਣ ਸਕਦੇ ਹਾਂ। ਪਰਮਾਤਮਾ ਦੀ ਆਵਾਜ਼ ਅਨਹਦ ਸ਼ਬਦ ਗੁਰਬਾਣੀ ਗੁਰੂ ਵਿੱਚ ਉਸ ਨੂੰ ਆਖੀ। ਸਤਿਗੁਰੂ ਫਰਮਾਉਂਦੇ, ਤਿਸ ਰੂਪ ਨਰੀਖ ਅਨਾਹਦ ਵਾਜੇ, ਸ਼ਬਦ ਨਿਰੰਜਨ ਕੀ ਹੈ। ਬਈ ਉਹ ਜੋ ਨਾਮ ਹੈ, ਉਹਦਾ ਕੋਈ ਰੂਪ, ਕੋਈ ਰੇਖਾ ਨਹੀਂ, ਕਿਸੇ ਲਾਈਨ, ਕਿਸੇ ਲਿਖਤ ਪੜ੍ਹਤ ਵਿੱਚ ਨਹੀਂ ਆਉਂਦਾ, ਕਿਸੇ ਅੱਖਰਾਂ 'ਚ ਨਹੀਂ ਆਉਂਦਾ। ਉਹ ਇਹਨਾਂ ਅੱਖਰਾਂ ਤੋਂ ਬਾਹਰ। ਗੁਰਬਾਣੀ ਗੁਰੂ ਵਿੱਚ ਸਾਨੂੰ ਸ਼ਬਦਾਂ ਦੇ ਵਿੱਚ ਉਹ ਨਾਮ ਦਾ ਭੇਦ ਦਿੱਤਾ ਗਿਆ। ਸ਼ਬਦਾਂ 'ਚ ਨਾਮ ਦੀ ਮਹਿਮਾ, ਨਾਮ ਦੀ ਉਸਤਤ, ਨਾਮ ਦੀ ਵਡਿਆਈ ਕੀਤੀ ਹੋਈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ, ਬਈ ਸੰਸਾਰ ਦੇ ਵਿੱਚ, ਇਸ ਲੋਕ ਦੇ ਵਿੱਚ ਨਾ ਤਾਂ ਕੋਈ ਐਸਾ ਕਾਗਜ਼ ਬਣਿਆ, ਨਾ ਹੀ ਕੋਈ ਐਸੀ ਕਲਮ ਹੈ ਜਿਹਦੇ ਦੁਆਰਾ ਨਾਮ ਲਿਖਿਆ ਜਾ ਸਕੇ। ਇਹ ਅੱਗੇ ਜਿਹੜਾ ਨਾਮ ਹੈ, ਉਹ ਲਿਖਿਆ ਨਹੀਂ ਜਾਂਦਾ, ਉਹ ਕਿਸੇ ਲਿਖਤ ਪੜ੍ਹਤ ਵਿੱਚ ਨਹੀਂ ਆਉਂਦਾ। ਸੱਚੇ ਪਾਤਸ਼ਾਹ ਫਰਮਾਉਂਦੇ ਆਪਾਂ ਨੂੰ, ਕਾਗਦ ਕਲਮ ਨ ਲਿਖਣ ਹਾਰ, ਮਨੇ ਗਾਵੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਬਈ ਜੋ ਨਾਮ ਹੈ, ਉਹ ਕਿਸੇ ਲਿਖਤ ਪੜ੍ਹਤ 'ਚ ਨਹੀਂ ਆਉਂਦਾ। ਹੁਣ ਜਿਹੜੀ ਚੀਜ਼ ਕਿਸੇ ਲਿਖਤ 'ਚ ਨਾ ਆਵੇ, ਜਿਹੜੀ ਕਿਸੇ ਭਾਸ਼ਾ ਦੇ ਵਿੱਚ ਬੋਲਣ 'ਚ ਨਾ ਆਵੇ, ਉਹ ਸਾਨੂੰ ਸੰਸਾਰ 'ਚ ਕੋਈ ਦੇ ਵੀ ਨਹੀਂ ਸਕਦਾ। ਔਰ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਉਹ ਜੋ ਨਾਮ ਹੈ, ਉਹ ਸਾਡੇ ਸਭ ਦੇ ਅੰਦਰ ਮੌਜੂਦ ਹੈ, ਸਾਡੀ ਇਸ ਦੇਹੀ ਦੇ ਵਿੱਚ। ਮਾਰੇ ਫਰਮਾਉਂਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਵੀ ਸਾਡੀ ਦੇਹ ਦੇ ਵਿੱਚ ਹੁਣ ਆਪਾਂ ਨੂੰ ਦੱਸ ਦਿੱਤਾ ਵੀ ਸਾਡੇ ਸਭ ਦੇ ਅੰਦਰ ਨਾਮ ਹੈ। ਹੁਣ ਉਹ ਨਾਮ ਨੂੰ ਅਸੀਂ ਬੁੱਝਣਾ ਹੁੰਦਾ ਵੀ ਸਾਡੇ ਅੰਦਰ ਉਹ ਨਾਮ ਕਿੱਥੇ ਹੈ। ਉਹ ਨਾਮ ਦੀ ਅਸੀਂ ਖੋਜ ਕਰਨੀ। ਜੇ ਤਾਂ ਅਸੀਂ ਨਾਮ ਨੂੰ ਬੁੱਝ ਲਿਆ, ਫਿਰ ਤਾਂ ਅਸੀਂ ਜੀਵਨ ਮੁਕਤ ਹੋ ਜਾਂਦੇ। ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ, ਬਾਰੀ ਅਸੀਂ ਪਹਿਰਾਵਾ ਜਿੰਨਾ ਮਰਜ਼ੀ ਵਧੀਆ ਕਰ ਲਈਏ, ਗੁਰਮੁਖਾਂ ਵਾਲਾ ਪਹਿਰਾਵਾ ਕਰ ਲਈਏ, ਸੰਸਾਰ ਦੇ ਵਿੱਚ ਸਾਡਾ ਪਹਿਰਾਵਾ ਦੇਖ ਕੇ ਲੋਕ ਕਹਿਣ ਵੀ ਇਹ ਤਾਂ ਬੜੇ ਗੁਰਮੁਖ ਸੱਜ ਗਏ ਨੇ। ਹਰ ਗੁਰਬਾਣੀ ਗੁਰੂ ਸਾਨੂੰ ਕੀ ਕਹਿੰਦੇ, ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ, ਬਾਹਰੋਂ ਅਸੀਂ ਲਿਬਾਸ ਤਾਂ ਗੁਰਮੁਖਾਂ ਵਾਲਾ ਪਾ ਲਿਆ। ਸਤਿਗੁਰੂ ਕਹਿੰਦੇ ਤੁਸੀਂ ਆਪਦੇ ਆਪ ਨੂੰ ਮੁਕਤ ਨਾ ਸਮਝਿਓ, ਕਿਤੇ ਇਹ ਬਾਹਰੀ ਲਿਬਾਸ ਦਾ ਹੀ ਹਉਮੈ ਹੰਕਾਰ ਨਾ ਕਰੀ ਚੱਲੇ ਵੀ ਅਸੀਂ ਤਾਂ ਬੜਾ ਸੋਹਣਾ ਲਿਬਾਸ ਪਾਇਆ ਜੀ। ਸਤਿਗੁਰੂ ਕੇ ਗੁਰਮੁਖ ਕਹਿ ਕੇ ਫਿਰ ਸੰਬੋਧਨ ਕਰਦੇ ਵੀ ਜਿਨ੍ਹਾਂ ਨੇ ਨਾਮ ਨੂੰ ਨਹੀਂ ਬੁੱਝਿਆ, ਉਹ ਜਨਮ ਮਰਨ ਦੇ ਵਿੱਚ ਚਲੇ ਜਾਣਗੇ, ਉਹ ਵਾਪਸ ਫਿਰ ਜੂਨਾਂ 'ਚ ਮੁੜ ਜਾਣਗੇ। ਮਾਰੇ ਫਰਮਾਉਂਦੇ, ਜਿਨ ਗੁਰਮੁਖ ਨਾਮ ਨਾ ਬੁੱਝਿਆ,
ਮਰ ਜਨਮੇ ਆਵੇ ਜਾਏ। ਬਈ ਜਿਨ੍ਹਾਂ ਨੇ ਨਾਮ ਨੂੰ ਨਹੀਂ ਬੁੱਝਿਆ ਬਾਹਰੀ ਪਹਿਰਾਵਾ ਪਾ ਲਿਆ ਕਰ ਲਓ। ਤੇ ਅਸੀਂ ਪਹਿਰਾਵਾ ਦੇਖ ਕੇ ਕਹਿੰਦੇ ਹਾਂ ਵੀ ਬੜੇ ਗੁਰਮੁਖ ਨੇ ਜੀ, ਇਹਨਾਂ ਨੇ ਤਾਂ ਬਾਹਰ ਹੀ ਬੜਾ ਵਧੀਆ ਪਹਿਰਾਵਾ ਪਾਇਆ। ਤੇ ਗੁਰੂ ਸਾਹਿਬ ਇਕੱਲਾ ਪਹਿਰਾਵੇ ਨਾਲ ਨਹੀਂ ਰੀਝਦੇ। ਇਹ ਨਹੀਂ ਹੈ ਵੀ ਅਸੀਂ ਬਾਹਰੀ ਇਕੱਲਾ ਪਹਿਰਾਵਾ ਪਾ ਲਈਏ ਤੇ ਅੰਦਰ ਸਾਡੇ ਵੈਰ ਵਿਰੋਧ ਉਹੀ ਹੋਵੇ, ਅੰਦਰ ਸਾਡੀ ਈਰਖਾ, ਸਾਡੀ ਨਫ਼ਰਤ, ਰਾਈ ਦਾਤ ਸਾਡੇ ਅੰਦਰੋਂ ਖਤਮ ਕੋਈ ਨਹੀਂ ਹੋਈ, ਵੈਰ ਵਿਰੋਧ ਖਤਮ ਕੋਈ ਨਹੀਂ ਹੋਇਆ, ਅੰਦਰੋਂ ਨਾਮ ਨੂੰ ਅਸੀਂ ਬੁੱਝਿਆ ਕੋਈ ਨਹੀਂ। ਤੇ ਫਿਰ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਤਾਂਹੀਓ ਸਾਨੂੰ ਗੁਰਮੁਖ ਕਹਿ ਕੇ ਸਮਝਾਤਾ ਵੀ ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਨਹੀਂ ਬੁੱਝਿਆ ਉਹ ਜਨਮ ਮਰਨ ਦੇ ਵਿੱਚ। ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਨੂੰ ਸਾਨੂੰ ਸਾਂਝਾ ਉਪਦੇਸ਼ ਕਰਦੇ ਹੋਏ ਜਦੋਂ ਉਦਾਸੀਆਂ 'ਤੇ ਚੱਲੇ, ਉਹਨਾਂ ਦੀ ਵਿਚਾਰ ਹੋਈ, ਮੱਕੇ ਗਏ। ਉਸੇ ਜਦੋਂ ਕਾਜ਼ੀਆਂ ਨਾਲ ਵਿਚਾਰ ਹੋਈ ਤੇ ਉਹਨਾਂ ਨੂੰ ਕਹਿਣ ਲੱਗੇ ਵੀ ਤੂੰ ਮੁੱਲਾ, ਤੂੰ ਕਾਜ਼ੀ ਤਾਂ ਹੈ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਜਾਣਦਾ ਹੈ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਤਾਂ ਤੂੰ ਮੁੱਲਾ, ਤਾਂ ਤੂੰ ਕਾਜ਼ੀ ਜੇ ਜਾਣੇ ਨਾਮ ਖੁਦਾਈ। ਬਈ ਜਿਹਨੂੰ ਤੂੰ ਖੁਦਾ ਕਹਿਣਾ ਹੈ, ਅੱਲਾ ਕਹਿਣਾ ਹੈ, ਜੇ ਤੂੰ ਖੁਦਾ ਦੇ ਉਹ ਨਾਮ ਨੂੰ ਬੁੱਝ ਲਏ ਅੰਦਰੋਂ ਤੇ ਫਿਰ ਤੂੰ ਕਾਜ਼ੀ, ਫਿਰ ਤੂੰ ਮੁੱਲਾ। ਔਰ ਇਹੋ ਸਾਨੂੰ ਸਮਝਾਉਂਦੇ ਵੀ ਜਿਵੇਂ ਉਹਨੇ ਕਾਜ਼ੀ ਨੇ ਬਾਹਰੀ ਪਹਿਰਾਵਾ ਕਰ ਲਿਆ, ਉਹ ਕਹਿੰਦਾ ਵੀ ਮੈਂ ਕਾਜ਼ੀ ਹਾਂ, ਮੈਂ ਮੁੱਲਾ। ਇਸੇ ਤਰ੍ਹਾਂ ਹੀ ਅਸੀਂ ਬਾਹਰੀ ਨਿਵਾਸ ਕਰ ਲਿਆ ਵੀ ਅਸੀਂ ਗੁਰਮੁਖ ਹਾਂ ਜੀ। ਇਹ ਸਤਿਗੁਰੂ ਕਹਿੰਦੇ ਤੁਸੀਂ ਗੁਰਮੁਖ ਤਾਂ ਹੋ ਜੇ ਤੁਸੀਂ ਅੰਦਰੋਂ ਨਾਮ ਨੂੰ ਬੁੱਝਿਆ। ਜੇ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਾਣਦੇ ਹੋ ਤਾਂ ਤੁਸੀਂ ਗੁਰਮੁਖ, ਤਾਂ ਤੁਸੀਂ ਜੀਵਨ ਮੁਕਤ। ਜੇ ਤੁਸੀਂ ਨਾਮ ਨੂੰ ਹੀ ਨਹੀਂ ਬੁੱਝਿਆ, ਨਾਮ ਨੂੰ ਹੀ ਨਹੀਂ ਜਾਣਦੇ, ਫਿਰ ਤੁਸੀਂ ਜੀਵਨ ਮੁਕਤ ਨਹੀਂ ਹੈ, ਤੁਸੀਂ ਵਾਪਸ ਜੂਨਾਂ 'ਚ ਜਾਓਗੇ। ਕਿਉਂਕਿ ਨਾਮ ਤੋਂ ਬਿਨਾਂ ਸਾਡਾ ਜੋ ਮਨ ਹੈ, ਮਨ ਸ਼ੁੱਧ ਨਹੀਂ ਹੁੰਦਾ, ਸਾਡਾ ਮਨ ਧੋਤਾ ਨਹੀਂ ਜਾਂਦਾ। ਸਤਿਗੁਰੂ ਸਾਨੂੰ ਸਮਝਾਉਂਦੇ ਵੀ ਸਾਡੇ ਅੰਦਰ ਸਾਰਿਆਂ ਦੇ ਨਾਮ ਹੈ। ਜੇ ਤਾਂ ਅਸੀਂ ਇਹ ਨਾਮ ਨੂੰ ਬੁੱਝ ਲਏ, ਸਾਡਾ ਮਨ ਹੋ ਜਾਂਦਾ ਪਾਕ, ਪਵਿੱਤਰ। ਫਿਰ ਇਹਦੇ ਉੱਤੇ ਕੋਈ ਮੈਲ ਨਹੀਂ ਰਹਿੰਦੀ, ਕੋਈ ਇਹਦੇ ਉੱਤੇ ਪਾਪ ਨਹੀਂ ਰਹਿੰਦਾ। ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ ਫਿਰ ਇਹ ਸਾਡਾ ਮਨ ਸਦਾ ਮੈਲ, ਫਿਰ ਇਹ ਨਾਪਾਕ। ਬਾਹਰੀ ਅਸੀਂ ਜਿੰਨਾ ਮਰਜ਼ੀ ਸੋਹਣਾ ਲਿਬਾਸ ਪਾਈ ਫਿਰੀਏ। ਸਤਿਗੁਰੂ ਫਰਮਾਉਂਦੇ ਏਕ ਵਸਤ ਬੂਝੇ ਤਾਂ ਤੂੰ ਹੋਵੇ ਪਾਕ, ਬੈਨ ਬੂਝੇ ਤੂੰ ਸਦਾ ਨਾਪਾਕ। ਬਈ ਸਾਡੇ ਸਭ ਦੇ ਅੰਦਰ ਇਹ ਵਸਤੂ ਹੈ ਨਾਮ ਪਰਮਾਤਮਾ ਦਾ। ਜੇ ਤਾਂ ਅਸੀਂ ਉਹਨੂੰ ਬੁੱਝ ਲਾਂਗੇ ਤੇ ਅਸੀਂ ਪਵਿੱਤਰ ਹੋ ਜਾਵਾਂਗੇ। ਜੇ ਅਸੀਂ ਉਹਨੂੰ ਨਹੀਂ ਬੁੱਝਿਆ ਤੇ ਅਸੀਂ ਸਦਾ ਮੈਲੀ, ਸਦਾ ਨਾਪਾਕ। ਭਾਈਆਂ ਸਤਿਗੁਰੂ ਕਹਿੰਦੇ ਵੀ ਜੇ ਸਾਡਾ ਮਨ ਮੈਲਾ ਹੈ, ਅਸੀਂ ਅੰਦਰੋਂ ਮੈਲੇ ਹਾਂ। ਬਾਹਰੀ ਅਸੀਂ ਤਨ ਨੂੰ ਜਿੰਨਾ ਮਰਜ਼ੀ ਨਿਭਾਈ ਚੱਲੀਏ, ਤਨ ਦੀ ਜਿੰਨੀ ਮਰਜ਼ੀ ਸੁੱਚਮ ਰੱਖੀ ਚੱਲੀਏ, ਇਹ ਤਨ ਦੇ ਉੱਤੇ ਜਿੰਨਾ ਮਰਜ਼ੀ ਵਧੀਆ ਅਸੀਂ ਕੱਪੜਾ ਪਹਿਨੀ ਫਿਰੀਏ। ਸਤਿਗੁਰੂ ਕਹਿੰਦੇ ਜੀਉ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਬੜਾ ਵਧੀਆ ਦਿੰਦਾ ਵੀ ਬੜਾ ਸੋਹਣਾ ਲਿਬਾਸ, ਪਰ ਅੰਦਰੋਂ ਜਿਹੜੇ ਮਨ ਨੇ ਉਹ ਮਨ ਮੈਲੇ ਨੇ। ਅੰਦਰ ਵੈਰ ਵਿਰੋਧ ਹੈ, ਉਹੀ ਅੰਦਰ ਈਰਖਾ ਹੈ, ਅੰਦਰ ਨਫ਼ਰਤ। ਜਦੋਂ ਮੁਖ ਤੋਂ ਬੋਲਦੇ ਉਦੋਂ ਹੀ ਪਤਾ ਲੱਗ ਜਾਂਦਾ ਨਾ ਮਨ ਕਿੰਨਾ ਮੈਲਾ ਹੈ, ਅੰਦਰ ਮੈਲ ਭਰੀ ਹੋਈ। ਕਿਉਂਕਿ ਜਿਹੜੀ ਚੀਜ਼ ਸਾਡੇ ਅੰਦਰ ਵਸੀ ਹੈ ਉਹ ਸਾਡੇ ਮੁਖ ਰਾਹੀਂ ਬਾਹਰ ਨਿਕਲਦੀ ਅੰਦਰੋਂ। ਸਾਡੇ ਮੁਖ ਦੇ ਵਚਨਾਂ ਤੋਂ ਪਤਾ ਲੱਗਦਾ ਵੀ ਸਾਡਾ ਮਨ ਕਿੰਨਾ ਕੁ ਸ਼ੁੱਧ ਹੋਇਆ।
ਇਸ ਵਾਸਤੇ ਸਤਿਗੁਰੂ ਕਹਿੰਦੇ ਵੀ ਜਿਹੜੇ ਮਨਮੁਖ ਜੀਵ ਨੇ ਉਹ ਨਾ ਤਾਂ ਸਿਮਰਨ ਕਰਦੇ, ਨਾ ਨਾਮ ਦਾ ਭੇਦ ਲੈਂਦੇ। ਉਹਨਾਂ ਦੇ ਮੁਖ ਦੇ ਵਿੱਚੋਂ ਦੁਰਗੰਧ ਆਉਂਦੀ। ਦੁਰਗੰਧ ਕੀ ਵੀ ਜਦੋਂ ਬੋਲਦੇ ਉਹ ਫਿੱਕਾ ਹੀ ਬੋਲਣਗੇ, ਉਹ ਮਾੜਾ ਹੀ ਬੋਲਣਗੇ, ਉਹ ਕਿਸੇ ਦੇ ਔਗਣ ਫਰੋਲਣਗੇ, ਕਿਸੇ ਨਾਲ ਦੁਵਿਧਾ ਦੀ ਗੱਲ ਕਰਨਗੇ, ਈਰਖਾ ਦੀ ਗੱਲ ਕਰਨਗੇ, ਹਉਮੈ ਹੰਕਾਰ 'ਚ ਬੋਲਣਗੇ। ਜਦੋਂ ਬੋਲਣਗੇ ਉਦੋਂ ਹੀ ਪਤਾ ਲੱਗ ਜਾਂਦਾ ਅੰਦਰ ਹੰਕਾਰ ਬੈਠ। ਸੋ ਐਸੀ ਅਵਸਥਾ 'ਚ ਮਹਾਰਾਜ ਕਹਿੰਦੇ ਵੀ ਉਹਨਾਂ ਦੇ ਮੁਖ 'ਚੋਂ ਫਿਰ ਇਹ ਦੁਰਗੰਧ ਆਉਂਦੀ। ਮੁਖ ਆਵਤ ਤਾਂ ਕਿ ਦੁਰਗੰਧ, ਅਤੇ ਉਹਨਾਂ ਦੇ ਮੁਖ ਤੋਂ ਹੀ ਪਤਾ ਲੱਗ ਜਾਂਦਾ ਜਦੋਂ ਬੋਲਣਗੇ ਵੀ ਇਹਨਾਂ ਦਾ ਮਨ ਨਹੀਂ ਸ਼ੁੱਧ, ਇਹ ਅੰਦਰੋਂ ਮੈਲੇ ਨੇ, ਇਹਨਾਂ ਦੇ ਅੰਦਰ ਈਰਖਾ ਨਫ਼ਰਤ। ਉਹ ਕਿਉਂ ਨਹੀਂ ਮਨ ਸ਼ੁੱਧ ਸਾਡਾ ਹੋਇਆ? ਕਿਉਂਕਿ ਜੋ ਸਤਿਗੁਰੂ ਸਾਨੂੰ ਨਾਮ ਦਾ ਭੇਦ ਦੇ ਰਹੇ, ਅਸੀਂ ਉਹ ਨਾਮ ਨੂੰ ਨਹੀਂ ਬੁੱਝਿਆ ਅਤੇ ਇਹਨੇ ਸ਼ੁੱਧ ਹੋਣਾ ਹੀ ਨਹੀਂ ਮਨ ਨੇ। ਬਾਰੀ ਅਸੀਂ ਜਿੰਨਾ ਮਰਜ਼ੀ ਭੱਜ ਲਈਏ, ਜਿੰਨਾ ਮਰਜ਼ੀ ਅਸੀਂ ਤੀਰਥਾਂ 'ਤੇ ਚਲੇ ਜਾਈਏ, ਇਸ਼ਨਾਨ ਕਰ ਆਈਏ, ਤੀਰਥ 'ਤੇ ਇਸ਼ਨਾਨ ਕਰਨ ਦੇ ਨਾਲ ਸਾਡਾ ਮਨ ਨਹੀਂ ਧੋਤਾ ਜਾਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ, ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੇ ਕੋਈ। ਸਤਿਗੁਰ ਕਹਿੰਦੇ ਜਗਤ ਐਸਾ ਭਰਮ 'ਚ ਭੁੱਲਿਆ, ਬਾਹਰੀ ਜਾਂਦੇ ਤੀਰਥਾਂ ਦੇ ਇਸ਼ਨਾਨ ਕਰ ਆਉਂਦੇ ਅਤੇ ਕਹਿੰਦੇ ਵੀ ਸਾਡੀ ਮੈਲ ਉਤਰ ਗਈ। ਸਤਿਗੁਰ ਕਹਿੰਦੇ ਇੱਦਾਂ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਮੈਲ ਨਹੀਂ ਉਤਰਦੀ ਮਨ 'ਚ, ਮਨ ਨਹੀਂ ਧੋਤਾ ਜਾਂਦਾ। ਮਨ ਤਾਂ ਨਾਮ ਤੋਂ ਬਿਨਾਂ ਇਹਨੇ ਚੋਰ ਹੀ ਰਹਿਣਾ, ਕਿਉਂਕਿ ਜਾ ਕੇ ਹੁਕਮ ਨੂੰ ਬੁੱਝ ਨਹੀਂ ਲੈਂਦਾ, ਨਾਮ ਨੂੰ ਬੁੱਝਦਾ ਨਹੀਂ, ਇਹ ਮਨ ਚੋਰ ਹੈ। ਸਤਿਗੁਰੂ ਫਰਮਾਉਂਦੇ ਬਿਨ ਨਾਮੇ ਸਭ ਚੋਰ, ਵੀ ਨਾਮ ਤੋਂ ਬਿਨਾਂ ਮਨ ਚੋਰ ਹੈ। ਅਤੇ ਹੁਣ ਚੋਰ ਹੈ ਜਿਹੜਾ ਉਹ ਤੀਰਥ 'ਤੇ ਨਹਾਉਣ ਚੱਲੇ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾਈ ਚੜੀਏ ਸਹੋਰ, ਬਾਹਰ ਧੋਤੀ ਤੂਮਣੀ ਅੰਦਰ ਵੈਸਨ ਕੋਰ। ਵੀ ਚੋਰ ਨਹਾਉਣ ਚੱਲੇ ਤੀਰਥਾਂ 'ਤੇ, ਮਨ ਅੰਦਰੋਂ ਖੋਟੇ। ਅਤੇ ਕਹਿੰਦੇ ਵੀ ਜਦੋਂ ਨਹਾਉਣ ਜਾਂਦੇ ਉੱਥੋਂ ਦੂਣੀ ਮੈਲ ਹੋਰ ਲਵਾ ਕੇ ਆ ਜਾਂਦੀ। ਜਾਂਦੇ ਤੀਰਥ 'ਤੇ ਰਾਜ ਨਿੰਦਿਆ ਚੁਗਲੀ ਕਰਦੇ ਜਾਂਦੇ। ਜਦੋਂ ਉੱਥੇ ਜਾਂਦੇ ਬਾਹਰੀ ਤਨ ਦਾ ਇਸ਼ਨਾਨ ਕਰ ਲਿਆ ਅਤੇ ਨਿੰਦਿਆ ਚੁਗਲੀ ਉੱਥੇ ਵੀ ਕਰੀ ਗਏ, ਉਹੀਓ ਕਰਦੇ ਫਿਰ ਵਾਪਸ ਆ ਗਏ। ਸਤਿਗੁਰੂ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਕੋਈ ਕਰੋੜਾਂ ਵਾਰ ਤੀਰਥਾਂ 'ਤੇ ਜਾਇਆ ਵੇ ਅਤੇ ਇਸ਼ਨਾਨ ਕਰਿਆ ਵੇ, ਉਹ ਮਨ ਦੀ ਮੈਲ ਲੈਂਦੀ ਨਹੀਂ ਹੈ, ਉਹ ਹੋਰ ਉੱਥੋਂ ਡਬਲ ਚੜ੍ਹਾ ਕੇ ਆ ਜਾਂਦਾ ਦੂਣੀ। ਸਤਿਗੁਰੂ ਕਹਿੰਦੇ ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲਮੇ ਮੈਲ ਭਰੀਜੇ, ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਇੱਕ ਤਾਂ ਹੈ ਤੀਰਥਾਂ 'ਤੇ ਇਸ਼ਨਾਨ ਕਰੇ ਆਉਣਾ, ਕਹਿੰਦੇ ਕਰੋੜਾਂ ਵਾਰ ਜਾਇਓ, ਮਨ 'ਤੇ ਹੋਰ ਮੈਲ ਲੱਗ ਜਾਣੀ। ਇੱਕ ਮਹਿਮਾ ਸਾਧ ਸੰਗਤ ਦੀ, ਵੀ ਜਦੋਂ ਅਸੀਂ ਸਾਧ ਸੰਗਤ 'ਚ ਬਹਿ ਕੇ ਸਿਮਰਨ ਕਰਦੇ ਹਾਂ, ਮਾਲਕ ਦੀ ਵਡਿਆਈ ਕਰਦੇ ਸੁਣਦੇ ਹਾਂ, ਅਤੇ ਸਾਡਾ ਮਨ ਨਿਰਮਲ ਹੋ ਜਾਂਦਾ, ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਕਹਿੰਦੇ ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਵੀ ਜਿਹੜਾ ਸਾਧ ਸੰਗਤ 'ਚ ਮਾਲਕ ਦੇ ਗੁਣ ਗਾਉਂਦਾ, ਜਿਹੜਾ ਸਿਮਰਨ ਕਰਦਾ, ਜਿਹੜਾ ਸ਼ਬਦ ਦੀ ਵਿਚਾਰ ਨੂੰ ਸੁਣਦਾ, ਆਪਾਂ ਇੱਕ ਜਣਾ ਵਿਚਾਰ ਕਰਦੇ ਹਾਂ ਨਾਮ ਦੀ ਅਤੇ ਬਾਕੀ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਇਹ ਸਤ ਸੰਗਤ ਨੂੰ ਤੀਰਥ ਦਾ ਨਾਮ ਦਿੱਤਾ। ਸਤ ਸੰਗਤ ਨੂੰ ਸਤ ਸਰ ਕਹਿੰਦੇ, ਸਰੋਵਰ ਸਾਡੇ ਮਨ ਵਾਸਤੇ।
ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਉਤਰ ਜਾਂਦੀ। ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ ਅਤੇ ਇਹਨੂੰ ਅੰਮ੍ਰਿਤਸਰ ਦਾ ਨਾਮ ਦਿੱਤਾ। ਸਤ ਸੰਗਤ ਨੂੰ ਸਤਿਸਰ ਕਹਿੰਦੇ। ਸਤਿਗੁਰੂ ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਕੋਈ ਚੋਰ ਵੀ ਆ ਜਾਵੇ, ਉਹ ਚੋਰ ਵੀ ਜਿਹੜਾ ਹੈ ਉਹ ਵੀ ਸੰਤ ਸਾਧੂ ਬਣ ਸਕਦਾ। ਸਾਧ ਸੰਗਤ ਦੇ ਵਿੱਚ ਕਾਂ ਵੀ ਆ ਜਾਵੇ, ਜਿਹੜਾ ਮਨ ਮੈਲਾ ਹੋ ਗਿਆ, ਕਾਂ ਦੇ ਨਿਆਈ ਹੋ ਗਿਆ, ਗੰਦਗੀ ਖਾਣ ਦਾ ਆਦੀ ਹੋ ਗਿਆ, ਉਹ ਕਾਂ ਵੀ ਹੰਸ ਬਣ ਜਾਂਦਾ। ਇਹ ਸਤਿਗੁਰ ਦੀ ਵਡਿਆਈ। ਮਾਰੇ ਫਰਮਾਉਂਦੇ ਅੰਮ੍ਰਿਤਸਰ ਸਤਿਗੁਰ ਸਤਿਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਬਈ ਸਾਧ ਸੰਗਤ ਦੇ ਵਿੱਚ ਸਤਿਸਰ 'ਚ ਇਸ਼ਨਾਨ ਕਰਕੇ ਸਾਡਾ ਮਨ ਕਾਂ ਤੋਂ ਹੰਸ ਬਣ ਜਾਂਦਾ। ਜਿਹੜਾ ਮਨ ਪਹਿਲਾਂ ਇਹ ਕਾਲਾ ਹੋ ਚੁੱਕਿਆ, ਕਾਂ ਵਾਂਗੂ ਇਹ ਕਾਲਾ ਹੋ ਗਿਆ। ਸਤਿਗੁਰੂ ਕਹਿੰਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸ਼ਾਹੂ। ਬਈ ਇਹ ਕਾਂ ਵਾਂਗੂ ਸ਼ਾਹ ਕਾਲਾ ਹੋ ਗਈ ਅਤੇ ਆਦੀ ਹੋ ਗਿਆ ਕਾਂ ਵਾਂਗੂ ਗੰਦਗੀ ਖਾਣ ਦਾ। ਚੁੰਝਾਂ ਮਾਰਨੀਆਂ ਕਾਂ ਨੇ ਗੋਹੇ ਦੇ ਵਿੱਚ, ਉਹਨੇ ਉੱਥੇ ਹੀ ਬੈਠਣਾ ਗੰਦਗੀ ਦੇ ਵਿੱਚ। ਹੁਣ ਉਹੀਓ ਹਾਲਤ ਹੈ ਮਨਮੁਖ ਜੀਵ ਦੀ। ਆਦੀ ਹੋ ਗਿਆ ਗੰਦਗੀ ਖਾਣ ਦਾ, ਨਿੰਦਾ ਕਰਨ ਦਾ, ਨਿੰਦਾ ਸੁਣਨ ਦਾ, ਈਰਖਾ ਕਰਨ ਦਾ, ਨਫ਼ਰਤ ਕਰਨ ਦਾ। ਇਹ ਸਭ ਗੰਦਗੀ ਹੈ ਸਾਡੇ ਮਨ ਵਾਸਤੇ। ਮਨਮੁਖ ਹੈ ਜਿਹੜਾ, ਉਹਨੂੰ ਇਹ ਗੰਦਗੀ ਚੰਗੀ ਲੱਗਦੀ ਕਿਉਂਕਿ ਆਦੀ ਹੋ ਗਿਆ ਗੰਦ ਖਾਣ ਦਾ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਫਿਰ ਇਹ ਗੰਦ ਖਾਂਦਾ ਉਹਨੂੰ ਤਾਂ ਕਹਿੰਦੇ ਵੀ ਕਾਂ ਦੀ ਨਿਆਈ ਹੋ ਗਈ। ਬਈ ਜਿਹੜਾ ਨਿਆਈ ਹੋ ਗਿਆ ਕਾਂ ਦੇ, ਉਹਦੇ ਕੋਲ ਆਪਾਂ ਸਿਮਰਨ ਕਰਾਂਗੇ, ਉਹਨੂੰ ਚੰਗਾ ਨਹੀਂ ਲੱਗੇਗਾ। ਉਹਦੇ ਕੋਲ ਆਪਾਂ ਸਤਿਗੁਰਾਂ ਦੀ ਵਿਚਾਰ ਕਰਾਂਗੇ ਸੱਚ ਅਤੇ ਨਾਮ ਦੀ, ਉਹਨੂੰ ਨਹੀਂ ਚੰਗੀ ਲੱਗੇਗੀ। ਜਿਵੇਂ ਕਾਂ ਦੀ ਆਦਤ ਵੀ ਗੰਦਗੀ ਖਾਣੀ, ਉਹਦੇ ਅੱਗੇ ਅੰਮ੍ਰਿਤ ਦਾ ਪਿਆਲਾ ਰੱਖਦੀ, ਉਹਦੀ ਤ੍ਰਿਪਤੀ ਨਹੀਂ ਹੁੰਦੀ। ਉਹਨੇ ਗੋਹੇ 'ਤੇ ਹੀ ਜਾ ਕੇ ਬੈਠਣਾ, ਉਹਨੇ ਉਹਦੇ ਵਿੱਚ ਹੀ ਚੁੰਝਾਂ ਮਾਰਨੀਆਂ ਗੰਦਗੀ 'ਚ, ਵਿਸ਼ਟਾ ਦੇ ਵਿੱਚ। ਇਹੋ ਹਾਲਤ ਮਹਾਰਾਜ ਉਹ ਮਨਮੁਖ ਦੀ ਦੱਸਦੀ। ਸਤਿਗੁਰੂ ਕਹਿੰਦੇ ਦੁਰਮਤ ਭਾਗਹੀਣ ਮਤ ਫਿੱਕੇ, ਨਾਮ ਸੁਣਤ ਆਵੇ ਮਨ ਰੋਹੇ। ਕਊਆ ਕਾਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤੀ ਵਿਸ਼ਟਾ ਖਾਏ ਮੁਖ ਗੋਹੇ। ਵੀ ਕਾਂ ਦੀ ਜਿਹੜੀ ਵੀ ਆਦਤ, ਉਹਨੇ ਗੰਦਗੀ ਵਿਸ਼ਟਾ 'ਤੇ ਹੀ ਜਾਣਾ, ਉਹਨੇ ਗੋਹੇ 'ਤੇ ਹੀ ਜਾਣਾ, ਉਹਨੇ ਗੰਦਗੀ ਖਾਣੀ। ਔਰ ਉਹੀਓ ਹਾਲਤ ਸਤਿਗੁਰੂ ਇਹ ਮਨ ਦੀ ਦੱਸਦੇ ਵੀ ਜਿਹੜਾ ਮਨਮੁਖ ਹੋ ਗਿਆ, ਸਾਕਤ ਹੋ ਗਿਆ, ਉਹਨੂੰ ਇਹ ਨਿੰਦਿਆ ਪਿਆਰੀ ਲੱਗਦੀ। ਉਹਨੂੰ ਜਿਹੜੀ ਵਿਖ ਜ਼ਹਿਰ ਹੈ ਉਹ ਤਾਂ ਮਿੱਠੀ ਲੱਗਦੀ, ਜਿਹੜਾ ਅੰਮ੍ਰਿਤ ਹੈ ਉਹਨੂੰ ਅੰਮ੍ਰਿਤ ਕੌੜਾ ਲੱਗਦਾ। ਸਤਿਗੁਰੂ ਕਹਿੰਦੇ ਸਾਕਤ ਦੀ ਅਵਸਥਾ ਅਸੀਂ ਆਪਦੀਆਂ ਅੱਖਾਂ ਦੁਆਰਾ ਦੇਖੀ, ਨੇਤਰਾਂ ਦੁਆਰਾ। ਜਦੋਂ ਉਹਦੇ ਕੋਲ ਕੋਈ ਨਾਮ ਦੀ ਗੱਲ ਕਰੇ, ਉਹਨੂੰ ਇਸ ਤਰ੍ਹਾਂ ਡੰਗ ਵੱਜਦਾ ਜਿਵੇਂ ਉਹਦੇ ਬਿੱਛੂ ਨੇ ਡੰਗ ਮਾਰਿਆ। ਇੰਨਾ ਜ਼ਿਆਦਾ ਉਹਨੂੰ ਤਕਲੀਫ ਮਹਿਸੂਸ ਹੁੰਦੀ ਹੈ, ਇੰਨਾ ਜ਼ਿਆਦਾ ਉਹ ਦੁੱਖ ਮਹਿਸੂਸ ਕਰਦਾ ਵੀ ਇਹ ਵਾਹਿਗੁਰੂ ਵਾਹਿਗੁਰੂ ਕਹਿੰਦੇ ਕਾਹਤੋਂ ਨੇ, ਇਹ ਬੰਦ ਕਿਉਂ ਨਹੀਂ ਕਰਦੇ ਵਾਹਿਗੁਰੂ ਵਾਹਿਗੁਰੂ ਕਰਨਾ। ਉਹ ਇੰਨਾ ਜ਼ਿਆਦਾ ਦੁਖੀ ਹੁੰਦਾ, ਉਹਨੂੰ ਕਸ਼ਟ ਹੁੰਦਾ। ਸਤਿਗੁਰੂ ਦੱਸਦੇ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਵਿਦ ਨੈਣੋਂ ਡੀਠੀ। ਊੜ ਕਪਟ ਹੰਕਾਰ ਰੁਝਾਨਾ, ਨਾਮ ਸੁਣਤ ਜਨ ਬਿਛੂ ਡਸਾਨਾ। ਬਈ ਉਹ ਮਨਮੁਖਾਂ ਨੂੰ ਜ਼ਹਿਰ ਤਾਂ ਜਿਹੜੀ ਮਿੱਠੀ ਲੱਗਦੀ ਅਤੇ ਅੰਮ੍ਰਿਤ ਕੌੜਾ ਲੱਗਦਾ। ਜਿਹੜੇ ਗੁਰਮੁਖ ਨਾਮ ਦੀ ਮਹਿਮਾ ਕਰਦੇ, ਮਾਲਕ ਦੇ ਗੁਣ ਗਾਉਂਦੇ, ਸਿਮਰਨ ਕਰਦੇ, ਉਹਨਾਂ ਨੂੰ ਡੰਗ ਵੱਜਦਾ ਬਈ ਇਹ ਕਾਹਤੋਂ ਕਰਦੇ ਨੇ, ਇਹ ਤਾਂ ਐਵੇਂ ਹੀ ਕਰੀ ਜਾਂਦੇ ਨੇ ਜੀ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਹੁਣ ਉਹਨੂੰ ਇਹ ਨਹੀਂ ਪਤਾ ਵੀ ਮੈਂ ਭਾਗਾਂ ਤੋਂ ਹੀਣਾ ਹੋ ਗਿਆ, ਮੈਂ ਕਾਂ ਦੀ ਨਿਆਈ ਹੋ ਗਿਆ, ਮੈਂ ਗੰਦਗੀ ਖਾਣ ਦਾ ਆਦੀ ਹੋ ਗਿਆ, ਮੈਨੂੰ ਤਾਂ ਨਹੀਂ ਚੰਗਾ ਲੱਗਦਾ।
ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਇਹ ਮਨਮੁਖ ਦੀ ਹਾਲਤ ਹੈ ਜਿਨ੍ਹਾਂ ਨੂੰ ਮਾਲਕ ਦੇ ਗੁਣ ਗਾਉਂਦੇ ਗੁਰਮੁਖ ਵੀ ਚੰਗੇ ਨਹੀਂ ਲੱਗਦੇ, ਸਿਮਰਨ ਕਰਦੇ ਵੀ ਗੁਰਮੁਖ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਸਤ ਸੰਗਤ ਵੀ ਚੰਗੀ ਨਹੀਂ ਲੱਗਦੀ। ਇਸ ਵਾਸਤੇ ਫਿਰ ਉਹਨਾਂ ਨੂੰ ਕਹਿੰਦੇ ਵੀ ਭਾਗਾਂ ਤੋਂ ਹੀਣੇ ਜਮਾਂ ਦੇ ਵਸ, ਇਹ ਜੂਨਾਂ 'ਚ ਜਾਣਗੇ ਅੱਗੇ। ਭਾਈਆਂ ਮਾਰੇ ਫਿਰ ਦੱਸਦੇ ਵੀ ਜਦ ਤੱਕ ਹੁਣ ਅਸੀਂ ਸਤ ਸੰਗਤ ਨਹੀਂ ਕਰਾਂਗੇ, ਸਿਮਰਨ ਨਹੀਂ ਕਰਾਂਗੇ, ਸਾਡਾ ਮਨ ਨਹੀਂ ਧੋਤਾ ਜਾਣਾ, ਅਸੀਂ ਨਾਮ ਦੇ ਨਾਲ ਨਹੀਂ ਜੁੜਾਂਗੇ, ਸਾਡਾ ਮਨ ਪਵਿੱਤਰ ਨਹੀਂ ਹੋਏਗਾ, ਸ਼ੁੱਧ ਨਹੀਂ ਹੋਏਗਾ, ਅਸੀਂ ਜਨਮ ਮਰਨ ਦੇ ਗੇੜ ਤੋਂ ਮੁਕਤ ਨਹੀਂ ਹੋ ਸਕਦੇ। ਤਾਂ ਫਿਰ ਇਹ ਮਹਿਮਾ ਹੈ ਸਾਧੂ ਦੇ ਸੰਗ ਦੀ, ਵੀ ਸਾਡੇ ਮਨ ਤੋਂ ਜਿਹੜੀ ਮੈਲ ਉਹ ਉਤਰ ਜਾਂਦੀ, ਕਰੋੜਾਂ ਸਾਡੇ ਪਾਪ ਕੀਤੇ ਹੋਏ ਖੰਡਨ ਹੋ ਜਾਂਦੇ, ਇਹ ਸਾਡਾ ਜਿਹੜਾ ਚਿੱਤ ਉਹ ਨਿਰਮਲ ਹੋ ਜਾਂਦਾ, ਸਾਡਾ ਮਨ ਨਿਰਮਲ ਹੋ ਜਾਂਦਾ। ਇਸ ਵਾਸਤੇ ਮਹਾਰਾਜ ਜੀ ਵਡਿਆਈ ਕਰਦੇ ਸਾਧ ਸੰਗਤ ਦੀ, ਵੀ ਜਦੋਂ ਅਸੀਂ ਸਤ ਸੰਗਤ 'ਚ ਆ ਜਾਂਦੇ ਹਾਂ, ਉਹ ਮਾਲਕ ਸਾਡੇ ਪਿਛਲੇ ਸਾਰੇ ਕੀਤੇ ਹੋਏ ਗੁਨਾਹ ਔਗਣ ਸਭ ਬਖਸ਼ ਦਿੰਦਾ, ਸਾਨੂੰ ਉਹ ਮੁਕਤ ਕਰ ਦਿੰਦਾ, ਭਵ ਸਾਗਰ ਤੋਂ ਪਾਰ ਲੰਘਾ ਦਿੰਦਾ। ਇਹ ਸਾਧ ਸੰਗਤ ਦੀ ਵਡਿਆਈ। ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ, ਮੁਕਤ ਭਈ ਕਰ ਸਾਧ ਸੰਗਤ, ਤਿਨ ਕੇ ਔਗਣ ਸਭ ਪਰ ਹਰਿਆ, ਤਿਨ ਕੋ ਦੇਖ ਭਏ ਹੈ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਸਤਿਗੁਰੂ ਸਾਨੂੰ ਇਹ ਭਵ ਸਾਗਰ ਤੋਂ ਪਾਰ ਲੰਘਾ ਦਿੰਦੇ ਜਦੋਂ ਅਸੀਂ ਸਤ ਸੰਗਤ 'ਚ ਆ ਜਾਂਦੇ। ਸਤ ਸੰਗਤ ਦੇ ਵਿੱਚ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਉੱਥੇ ਮਾਲਕ ਆਪ ਹਾਜ਼ਰ ਹੁੰਦੇ, ਉੱਥੇ ਜੋ ਸਾਨੂੰ ਉਪਦੇਸ਼ ਦਿੱਤਾ ਜਾਂਦਾ ਉਹ ਗੁਰਮੁਖਾਂ ਦੇ ਮੁਖ ਰਾਹੀਂ ਸਾਨੂੰ ਆਪ ਸਮਝਾਉਂਦੇ। ਭਾਈਆਂ ਮਾਰੇ ਸਾਨੂੰ ਦੱਸਦੇ ਵੀ ਪਰਮਾਤਮਾ ਕਿੱਥੇ ਵੱਸਦਾ, ਸਾਧੂ ਜਨਾਂ ਦੀ ਰਸਨਾ 'ਤੇ ਉਹ ਆਪ ਬੋਲਦਾ, ਉਹਨਾਂ ਦੇ ਮੁਖ ਰਾਹੀਂ ਆਪ ਬੋਲਦਾ। ਮਾਰੇ ਫਰਮਾਉਂਦੇ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਸਾਧੂ ਜਨਾਂ ਦੀ ਰਸਨਾ 'ਤੇ ਆਪ ਬੋਲਦਾ, ਉਹ ਜੋ ਸਾਨੂੰ ਸਮਝਾਉਣਾ ਚਾਹੁੰਦਾ ਉਹ ਗੁਰਮੁਖਾਂ ਦੇ ਮੁਖ ਰਾਹੀਂ ਸਾਨੂੰ ਸਮਝਾਉਂਦਾ, ਸਾਨੂੰ ਉਪਦੇਸ਼ ਦਿੰਦਾ। ਉਹ ਦਿੱਤਾ ਹੋਇਆ ਗੁਰਮੁਖਾਂ ਦੇ ਮੁਖ ਰਾਹੀਂ ਉਪਦੇਸ਼ ਉਹ ਸਾਡੇ ਸਾਰਿਆਂ ਵਾਸਤੇ ਸਾਂਝਾ ਹੁੰਦਾ, ਉਹ ਕਿਸੇ ਖਾਸ ਇੱਕ ਲਈ ਨਹੀਂ, ਉਹ ਸਭ ਲਈ ਹੈ, ਚੌਂ ਵਰਨਾਂ ਨੂੰ ਸਾਂਝਾ ਹੁੰਦਾ। ਮਾਰੇ ਫਰਮਾਉਂਦੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ ਸਾਰਿਆਂ ਲਈ, ਚੌਂ ਵਰਨਾਂ ਲਈ, ਸਾਡੇ ਸਾਰਿਆਂ ਦੇ ਮਨਾਂ ਵਾਸਤੇ ਇਹ ਉਪਦੇਸ਼ ਹੁੰਦਾ, ਸਾਡੇ ਸਾਰਿਆਂ ਦੇ ਮਨਾਂ ਨੂੰ ਸਮਝਾਇਆ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੋ ਗੁਰਮੁਖ ਮੁਖ ਰਾਹੀਂ ਜੋ ਸਾਨੂੰ ਸੁਣਾਉਂਦੇ, ਮਹਾਂਪੁਰਖ ਜੋ ਬੋਲਦੇ, ਉਹ ਸਾਡੇ ਸਾਰਿਆਂ ਵਾਸਤੇ ਸਾਂਝਾ। ਅਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਵੀ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼। ਜੇ ਅਸੀਂ ਉਹ ਉਪਦੇਸ਼ ਨੂੰ ਸੁਣ ਕੇ ਮੰਨ ਲਈਏ ਤੇ ਸਾਡਾ ਜਿਹੜਾ ਜੀਵਨ ਹੀ ਬਦਲ ਜਾਂਦਾ, ਅਸੀਂ ਜੀਵਨ ਮੁਕਤ ਹੋ ਜਾਂਦੇ, ਅਸੀਂ ਸਦਾ ਲਈ ਅਮਰ ਹੋ ਜਾਂਦੇ। ਆਈਆਂ ਸਾਨੂੰ ਸਮਝਾਉਂਦੇ ਵੀ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ ਹਾਂ, ਜਿਹੜਾ ਇਹ ਵਿਚਾਰ ਨੂੰ ਅਕਥ ਕਹਾਣੀ ਨੂੰ ਧਿਆਨ ਦੇ ਨਾਲ ਸੁਣਦਾ ਹੈ, ਸੁਣ ਕੇ ਮੰਨਦਾ ਹੈ, ਕਮਾਉਂਦਾ ਹੈ, ਉਹ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ, ਉਹ ਸਦਾ ਲਈ ਜੀਵਨ ਮੁਕਤ ਹੋ ਜਾਂਦਾ। ਮਾਰੇ ਫਰਮਾਉਂਦੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ
ਸੋ ਧਰੇ ਪਾਰ, ਕਿ ਜਿਹੜਾ ਇਹ ਬ੍ਰਹਮ ਦੇ ਵਿਚਾਰ ਨੂੰ ਸੁਣਦਾ ਹੈ, ਸੁਣ ਕੇ ਕਮਾਉਂਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ। ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਤ ਸੰਗਤ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਜੋ ਸਾਨੂੰ ਫਿਰ ਉਪਦੇਸ਼ ਕੀਤਾ ਜਾਂਦਾ, ਉਸ ਉਪਦੇਸ਼ ਨੂੰ ਅਸੀਂ ਸੁਣ ਕੇ ਮੰਨਣਾ ਹੁੰਦਾ। ਸਾਨੂੰ ਕਹਿੰਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਰਸਤਾ ਦੱਸ ਰਹੇ, ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ, ਇਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲੋ। ਮਾਰੇ ਫਰਮਾਉਂਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰ ਸਿੱਖੋ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਜੇ ਅਸੀਂ ਇਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਾਂਗੇ ਤੇ ਅਸੀਂ ਦੁਬਾਰਾ ਵਾਪਸ ਨਹੀਂ ਆਵਾਂਗੇ, ਮੁੜ ਕੇ ਅਸੀਂ ਸਦਾ ਲਈ ਅਮਰ ਹੋ ਜਾਵਾਂਗੇ। ਸਾਰੀ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਿਆ ਜਾ ਰਿਹਾ। ਕਿਵੇਂ ਆਪਾਂ ਵਾਹਿਗੁਰੂ ਤੋਂ ਵਿਛੜੇ, ਕਿਵੇਂ ਆਪਾਂ ਵਾਪਸ ਵਾਹਿਗੁਰੂ ਦੇ ਵਿੱਚ ਸਮਾਉਣਾ, ਉਹਦੇ ਵਿੱਚ ਲੀਨ ਹੋਣਾ, ਕਿਵੇਂ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ, ਇਹ ਸਾਰਾ ਆਪਾਂ ਨੂੰ 1430 ਅੰਗ ਗੁਰਬਾਣੀ ਗੁਰੂ ਵਿੱਚ ਭੇਜ ਦਿੱਤਾ ਜਾ ਰਿਹਾ। ਇਹ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਜਿਹੜੀ ਕਹਾਣੀ, ਇਸੇ ਨੂੰ ਹੀ ਅਕਥ ਕਹਾਣੀ ਆਖੀ। ਅਕਥ ਕਥਾ, ਪ੍ਰੇਮ ਕਥਾ ਦਾ ਨਾਮ ਦਿੱਤਾ। ਇਹ ਸਾਡੀ ਸਾਰਿਆਂ ਦੀ ਆਪਣੀ ਕਹਾਣੀ, ਸਾਡੇ ਮਨਾਂ ਦੀ ਕਹਾਣੀ, ਇਹ ਪ੍ਰੇਮ ਦੀ ਕਹਾਣੀ। ਮਾਰੇ ਕਹਿੰਦੇ ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੀ ਆਈ ਵੀ ਇਹ ਕਹਾਣੀ ਕਾਹਦੀ ਹੈ? ਪ੍ਰੇਮ ਦੀ। ਸਾਡਾ ਕਿਵੇਂ ਪਰਮਾਤਮਾ ਦੇ ਨਾਲ ਪ੍ਰੇਮ ਪਵੇ, ਕਿਵੇਂ ਸਾਡੇ ਪਤੀ ਪਰਮੇਸ਼ਰ ਦੇ ਨਾਲ ਸਾਡੀਆਂ ਲਾਵਾਂ ਹੋਣ, ਸਾਡਾ ਉਹਦੇ ਨਾਲ ਵਿਆਹ ਹੋਵੇ ਅਤੇ ਅਸੀਂ ਸੁਹਾਗਣਾ ਹੋ ਜਾਈਏ, ਸਦਾ ਸੁਹਾਗਣਾ ਬਣ ਜਾਈਏ। ਉਹ ਫਿਰ ਸਾਡੀ ਸੁਰਤੀ ਅਤੇ ਸਾਡਾ ਪਤੀ ਪਰਮੇਸ਼ਰ ਵਾਹਿਗੁਰੂ, ਇਹ ਸਾਡੀ ਸੁਰਤੀ ਦੀ ਅਤੇ ਮਾਲਕ ਦੀ ਕਹਾਣੀ। ਕਿਵੇਂ ਸਾਡੀ ਸੁਰਤੀ ਜਿਹੜੀ ਪਰਮਾਤਮਾ ਤੋਂ ਵਿਛੜੀ, ਕਿਵੇਂ ਸਾਡਾ ਵਿਛੋੜਾ ਪਿਆ, ਵਿਛੋੜੇ ਤੋਂ ਬਾਅਦ ਫਿਰ ਕਿਵੇਂ ਦੁਬਾਰਾ ਮਿਲਾਪ ਹੋਇਆ, ਇਹ ਸਾਰੀ ਕਹਾਣੀ ਦੱਸੀ ਜਾਣੀ, ਸੁਣਾਈ ਜਾਣੀ। ਇਹਨੂੰ ਕਹਿੰਦੇ ਪ੍ਰੇਮ ਕਹਾਣੀ, ਕਥ ਕਹਾਣੀ। ਇੱਕ ਗੁਰਸਿੱਖ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਫਿਰ ਉਹ ਇਹ ਸਾਰੀ ਕਹਾਣੀ ਦੱਸਦਾ ਵੀ ਕਿਵੇਂ ਮਾਲਕ ਤੋਂ ਵਿਛੜੇ ਸੀ ਅਤੇ ਕਿਵੇਂ ਦੁਬਾਰਾ ਮਿਲਾਪ ਹੋਏ। ਮਹਾਰਾਜ ਕਹਿੰਦੇ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ, ਮੇਰੇ ਹਰ ਪ੍ਰਭ ਕੀ ਅਕਥ ਕਹਾਣੀ। ਕਿਉਂ ਪਾਈਏ ਕਿਉਂ ਦੇਖੀਏ, ਮੇਰਾ ਹਰ ਪ੍ਰਭ ਸੁਗੜ ਸਜਣ। ਵੀ ਜੇ ਤੁਸੀਂ ਗੁਰਸਿੱਖ ਹੋ, ਤੁਸੀਂ ਗੁਰੂ ਦੀ ਸਿੱਖਿਆ ਲਈ ਤੁਸੀਂ ਆਪਣੇ ਘਰ ਗਏ ਅਤੇ ਫਿਰ ਇਹ ਕਥਾ ਕਹਾਣੀ ਸੁਣਾਓ, ਕਿਵੇਂ ਤੁਸੀਂ ਉਹ ਸੁਝਾਣ ਪਰਮਾਤਮਾ ਨਾਲ ਮਿਲਾਪ ਕੀਤਾ। ਰਸਤੇ ਵਿੱਚ ਕੀ ਕੀ ਰੁਕਾਵਟਾਂ ਆਈਆਂ, ਉਹਨਾਂ ਰੁਕਾਵਟਾਂ ਨੂੰ ਕਿਵੇਂ ਪਾਸੇ ਹਟਾਇਆ, ਕੀ ਕੀ ਰਸਤੇ ਵਿੱਚ ਨਿਸ਼ਾਨੀਆਂ ਪ੍ਰਗਟ ਹੋਈਆਂ, ਉਹ ਸਾਰੀ ਕਹਾਣੀ ਸੁਣਾਓ। ਇੱਕ ਗੁਰਸਿੱਖ ਫਿਰ ਉਹ ਸਾਰੀ ਕਹਾਣੀ ਦੱਸਦਾ, ਜਿਹਦਾ ਮਿਲਾਪ ਹੋ ਗਿਆ ਉਹ ਫਿਰ ਇਹ ਸਾਰੀ ਕਹਾਣੀ ਸੁਣਾਉਂਦਾ ਵੀ ਇੱਦਾਂ ਇੱਦਾਂ ਮਾਲਕ ਦੇ ਨਾਲ ਮਿਲਾਪ ਹੋਇਆ। ਉਹਨੂੰ ਫਿਰ ਕਥ ਕਹਾਣੀ ਕਹਿੰਦੀ। ਇਸ ਵਾਸਤੇ ਕਹਾਣੀ ਸਾਡੇ ਸਾਰਿਆਂ ਦੇ ਮਨਾਂ ਦੀ, ਸਾਡੀ ਸਾਰਿਆਂ ਦੀਆਂ ਸੁਰਤੀਆਂ ਦੀ ਹੈ। ਸਾਡੇ ਮਨ ਨੂੰ ਹੀ ਸੁਰਤੀ ਆਖੀਏ। ਸਾਡੀਆਂ ਸਾਰੀਆਂ ਸੁਰਤੀਆਂ ਜਿਹੜੀਆਂ, ਅਸੀਂ ਨਾਰਾਂ ਹਾਂ ਇੱਕੋ ਹੀ ਅਕਾਲ ਪੁਰਖ ਪਰਮੇਸ਼ਰ ਦੀ। ਇਹ ਸਾਰੇ ਜਗਤ ਦੇ ਵਿੱਚ ਪੁਰਖ ਇੱਕੋ ਹੀ ਹੈ, ਬਾਕੀ ਸਭ ਅਸੀਂ ਉਹਦੀਆਂ ਨਾਰਾਂ ਉਸ ਪੁਰਖ ਦੀਆਂ, ਵਾਹਿਗੁਰੂ ਜੀ।
ਮਾਰੇ ਫਰਮਾਉਂਦੇ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਈ ਪੁਰਖ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਅਸੀਂ ਸਾਰੇ ਉਹ ਦੀਆਂ ਨਾਰਾਂ ਉਹਦੀਆਂ ਜੀਵ ਇਸਤਰੀਆਂ ਸੀ। ਹੁਣ ਸਾਡਾ ਆਪਣੇ ਪਤੀ ਨਾਲੋਂ ਵਿਛੋੜਾ ਪੈ ਗਿਆ, ਅਤੇ ਹੁਣ ਵਾਪਸ ਕਿਵੇਂ ਮਿਲਾਪ ਹੋਵੇ। ਉਹ ਅਸੀਂ ਫਿਰ ਉਹਨਾਂ ਸੁਹਾਗਣਾਂ ਤੋਂ ਪੁੱਛਦੇ ਹਾਂ ਵੀ ਜਿਨ੍ਹਾਂ ਦਾ ਮਿਲਾਪ ਹੋ ਗਿਆ, ਵੀ ਤੁਸੀਂ ਕਿਵੇਂ ਪਰਮਾਤਮਾ ਨੂੰ ਮਿਲੀਆਂ। ਮਹਾਰਾਜ ਕਹਿੰਦੇ ਪੁੱਛੋ ਜਾਈ ਸੁਹਾਗਣੀ ਤੁਸੀਂ ਕਿਉਂ ਕਰ ਮਿਲਿਆ ਪ੍ਰਭ ਆਈ। ਵੀ ਮੈਂ ਉਹਨਾਂ ਸੁਹਾਗਣਾਂ ਤੋਂ ਪੁੱਛਾਂ ਤੁਸੀਂ ਕਿਵੇਂ ਪਰਮਾਤਮਾ ਨੂੰ ਮਿਲੀਆਂ, ਕਿਵੇਂ ਤੁਹਾਡਾ ਮਿਲਾਪ ਹੋ ਗਿਆ। ਉਹ ਫਿਰ ਸੁਹਾਗਣਾਂ ਸਾਨੂੰ ਦੱਸਦੀਆਂ ਵੀ ਅਸੀਂ ਸਿਮਰਨ ਕੀਤਾ, ਸਿਮਰਨ ਕਰਕੇ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕੀਤਾ, ਸਾਧ ਸੰਗਤ ਕੀਤੀ, ਅਤੇ ਮਨ ਸੀ ਜਿਹੜਾ ਨਿਰਮਲ ਹੋਇਆ, ਚਿੱਤ ਨਿਰਮਲ ਹੋਇਆ। ਫਿਰ ਨਿਰਮਲ ਮਨ ਹੀ ਮਾਲਕ ਦੇ ਨਾਲ ਮਿਲਾਪ ਕਰ ਸਕਦਾ। ਪਰਮਾਤਮਾ ਨਿਰਮਲ, ਉਹਨੂੰ ਮੈਲ ਨਹੀਂ ਲੱਗਦੀ। ਮਹਾਰਾਜ ਕਹਿੰਦੇ ਮੇਰਾ ਪ੍ਰਭ ਸਦ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਵੀ ਮਨ ਨਿਰਮਲ ਹੋਏਗਾ ਤੇ ਫੇਰ ਹੀ ਮਿਲੇਗਾ। ਹੁਣ ਇਹ ਨਿਰਮਲ ਹੁੰਦਾ ਸਤ ਸੰਗਤ ਕਰਕੇ। ਮਹਾਰਾਜ ਕਹਿੰਦੇ ਸਾਧ ਸੰਗ ਹੋਏ ਨਿਰਮਲਾ, ਵੀ ਸਾਧੂ ਜਨਾਂ ਦਾ ਸੰਗ ਕਰਕੇ ਸਾਡਾ ਜਿਹੜਾ ਮਨ ਹੈ ਇਹ ਨਿਰਮਲ ਹੋ ਜਾਂਦਾ। ਇਸੇ ਕਰਕੇ ਮਹਾਰਾਜ ਫਿਰ ਇਹ ਮਹਿਮਾ ਦੱਸਦੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਈ ਚੀਤਾ। ਬਈ ਸਾਡਾ ਚਿੱਤ ਵੀ ਨਿਰਮਲ ਹੋ ਗਿਆ, ਜਿਹੜੇ ਕਰੋੜਾਂ ਪਾਪ ਸੀ ਉਹ ਪਾਪ ਵੀ ਕੱਟੇ ਗਏ, ਮੈਲ ਵੀ ਮਨ ਦੀ ਉਤਰ ਗਈ। ਕਿਵੇਂ ਮਨ ਦੀ ਮੈਲ ਉਤਰੀ, ਜਦੋਂ ਮਾਲਕ ਦੇ ਆਪਾਂ ਗੁਣ ਗਾਉਂਦੇ ਹਾਂ, ਸਿਮਰਨ ਕਰਦੇ, ਜਿਉਂ-ਜਿਉਂ ਅਸੀਂ ਰਸਨਾ ਦੁਬਾਰਾ ਪਰਮਾਤਮਾ ਦਾ ਸਿਮਰਨ ਕਰਾਂਗੇ, ਜਿਹੜੇ ਮਨ 'ਤੇ ਔਗਣਾਂ ਦੀ ਮੈਲ ਲੱਗੀ ਹੈ ਮੈਲ ਉਤਰਦੀ ਜਾਏਗੀ। ਮਹਾਰਾਜ ਫਰਮਾਉਂਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਆਓ ਹੁਣ ਕਿਵੇਂ ਅਸੀਂ ਰਸਨਾ ਦੁਬਾਰਾ ਮਾਲਕ ਦੇ ਗੁਣ ਗਾਉਣੇ, ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੁਆਰਾ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਦੇ ਹਾਂ, ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਸਾਡਾ ਮਨ ਹੈ ਜਿਹੜਾ ਉਹ ਨਿਰਮਲ ਹੁੰਦਾ ਜਾਂਦਾ, ਸਾਡੇ ਮਨ ਦੀ ਮੈਲ ਉਤਰਦੀ ਜਾਂਦੀ। ਮਾਰੇ ਫਰਮਾਉਂਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ। ਬਈ ਗੁਰਸਿੱਖੋ ਵਾਹਿਗੁਰੂ ਬੋਲੋ, ਜਦੋਂ ਬੋਲਾਂਗੇ ਤੇ ਮਨ ਦੀ ਮੈਲ ਲੈ ਜੇਗੀ। ਸਾਡੇ ਮਨ 'ਤੇ ਜਿਹੜੀ ਇਹ ਮੈਲ ਲੱਗੀ ਵੈਰ ਵਿਰੋਧੀ ਉਤਰ ਜੇਗੀ, ਸਾਡਾ ਮਨ ਨਿਰਮਲ ਹੋ ਜਾਏਗਾ, ਸਾਡਾ ਮਨ ਧੋਤਾ ਜਾਏਗਾ। ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਵੱਧ ਤੋਂ ਵੱਧ ਇਹ ਸਿਮਰਨ ਕਰੋ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਜਦੋਂ ਅਸੀਂ ਲਗਾਤਾਰ ਹੀ ਸਿਮਰਨ ਕਰਾਂਗੇ, ਫਿਰ ਸਾਡਾ ਮਨ ਸਹਿਜ ਵਿੱਚ ਆਏਗਾ, ਫਿਰ ਅਸੀਂ ਅੰਤਰਮੁਖੀ ਹੋਵਾਂਗੇ ਅਤੇ ਫਿਰ ਸਾਨੂੰ ਉਹ ਨਾਮ ਦਾ ਭੇਤ, ਜਿਸ ਨਾਮ ਦੀ ਮਹਿਮਾ ਸਤਿਗੁਰੂ ਕਰ ਰਹੇ, ਫਿਰ ਸਾਨੂੰ ਉਹ ਨਾਮ ਸੁਣਨਾ ਜਦੋਂ ਅਸੀਂ ਅੰਤਰਮੁਖੀ ਹੋਵਾਂਗੇ। ਜਦ ਤੱਕ ਅਸੀਂ ਬਾਹਰ ਮੁਖੀ ਹਾਂ, ਸਾਨੂੰ ਉਹ ਨਾਮ ਸੁਣਦਾ ਹੀ ਨਹੀਂ, ਸਾਨੂੰ ਭੇਤ ਹੀ ਨਹੀਂ ਆਉਂਦਾ ਨਾਮ 'ਚ। ਇਸ ਕਰਕੇ ਹੁਣ ਆਪਾਂ ਨੂੰ ਕਹਿੰਦੇ ਵੀ ਬਾਹਰ ਬਹੁਤ ਘੁੰਮ ਲਈ, ਹੁਣ ਆਪਦੇ ਘਰੇ ਆਵੋ, ਹੁਣ ਅੰਦਰ ਵੀ ਆਵੋ। ਮਨਮੁਖ ਜੀਵ ਤਾਂ ਸਾਰੀ ਉਮਰ ਬਾਹਰ ਹੀ ਭੱਜਾ ਫਿਰਦਾ ਰਹਿੰਦਾ। ਜਦੋਂ ਇਹ ਘਰ ਢਹਿਣ ਲੱਗਦਾ, ਜਦੋਂ ਅੰਤ ਸਮਾਂ ਆਉਂਦਾ, ਉਦੋਂ ਆਉਂਦਾ ਘਰ ਦੇ ਵਿੱਚ, ਉਦੋਂ ਘਰ ਨੂੰ ਅੱਗ ਲੱਗ ਜਾਂਦੀ। ਫਿਰ ਭੱਜ ਕੇ ਬਾਹਰੋਂ ਦੌੜ ਕੇ ਆਉਂਦਾ ਅਤੇ ਫਿਰ ਕਹਿੰਦਾ ਵੀ ਹੁਣ ਮੇਰੀ ਅੱਗ ਬੁਝਾਓ, ਖੂਹ ਪੁੱਟੋ, ਪਾਣੀ ਕੱਢੋ ਅਤੇ ਉੱਤੇ ਪਾਓ ਅਤੇ ਅੱਗ ਬੁਝਾਓ। ਅਤੇ ਫਿਰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਖੂਹ ਪੁੱਟ ਕੇ ਪਾਣੀ ਕੱਢੀਏ ਅਤੇ ਅੱਗ ਬੁਝਾਈਏ। ਇਸ ਲਈ ਮਹਾਰਾਜ ਕਹਿੰਦੇ ਜਗ ਤੱਕ ਤਾਂ ਪਿੰਡ ਸਾਬਤ ਹੈ, ਵੀ ਸਮਾਂ ਹੈਗਾ, ਉਹਨਾਂ ਸਮਾਂ ਹੀ ਆਪਣਾ ਆਪਾਂ ਸਵਾਰਦਾ ਨਹੀਂ, ਉਹਨਾਂ ਸਮਾਂ ਘਰੇ ਨਹੀਂ ਆਉਂਦਾ। ਮਹਾਰਾਜ ਕਹਿੰਦੇ ਜਬ ਲਗ ਜੀਓ ਪਿੰਡ ਹੈ ਸਾਬਤ, ਤਬ ਲਗ ਕਿਛ ਨਾ ਸਵਾਰੀ। ਘਰ ਮੰਦਰ ਜਬ ਆਗ ਲਗਾਣੀ, ਕੱਢ ਕੂਪ ਕੱਢੇ ਪਨਹਾਰੀ। ਵੀ ਜਦ ਤੱਕ ਤਾਂ ਪਿੰਡ ਸਾਬਤ ਹਜੇ ਸਮਾਂ ਹੈਗਾ, ਉਹਨਾਂ ਸਮਾਂ ਤਾਂ ਸਵਾਰਦਾ ਹੀ ਨਹੀਂ ਆਪਣਾ ਆਪਾ, ਉਹਨਾਂ ਸਮਾਂ ਤਾਂ ਵੈਰ ਵਿਰੋਧ 'ਚ ਪਿਆ, ਈਰਖਾ ਨਫ਼ਰਤ 'ਚ ਪਿਆ ਹੋਇਆ। ਜਦੋਂ ਅੰਤ ਸਮਾਂ ਆਉਂਦਾ, ਜਦੋਂ ਇਹ ਘਰ ਢਹਿਣ ਲੱਗਦਾ, ਉਦੋਂ ਭੱਜ ਕੇ ਆਉਂਦਾ ਬਾਹਰੋਂ ਵੀ ਹੁਣ ਮੇਰੇ ਘਰ ਨੂੰ ਅੱਗ ਲੱਗੀ, ਹੁਣ ਬੁਝਾਓ। ਅਤੇ ਉਦੋਂ ਫਿਰ ਅੱਗ ਕਿੱਥੇ ਬੁਝਦੀ ਹੈ, ਜਦੋਂ ਲੱਗ ਗਈ। ਜਦੋਂ ਘਰ ਢਹਿਣ ਲੱਗਦਾ ਅਤੇ ਫਿਰ ਆਖੀਏ ਵੀ ਹੁਣ ਰੁਕ ਜੇ ਢਹਿਣੋਂ, ਫਿਰ ਕਿੱਥੋਂ ਰੁਕਦਾ, ਫਿਰ ਤਾਂ ਇਹਨੇ ਢਹਿਣਾ ਹੀ ਢਹਿਣਾ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਹੁਣ ਅਸੀਂ ਪਹਿਲਾਂ ਇਹ ਸਵਾਰਨਾ, ਅੰਤਰਮੁਖੀ ਹੋਣਾ, ਨਾਮ ਦੇ ਨਾਲ ਜੁੜਨਾ। ਉਹਦੇ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਵੱਧ ਤੋਂ ਵੱਧ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਹੈ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਆਈਸਾ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਹੀ ਆਪਾਂ ਇਹ ਅੱਗੇ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਆਪਾਂ ਨੂੰ ਵੀ ਪਰਪੱਕ ਹੋ ਜੇ, ਸਾਡੇ ਹਿਰਦੇ 'ਚ ਇਹ ਗਿਆਨ ਬੈਠ ਜੇ, ਸਾਨੂੰ ਸਮਝ ਲੱਗ ਜੇ ਵੀ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ। ਇਸ ਉਪਦੇਸ਼ ਨੂੰ ਫਿਰ ਅਸੀਂ ਕਮਾ ਲਈਏ, ਕਮਾਵਾਂਗੇ ਵੀ ਫੇਰ ਹੀ ਜੇ ਸਾਡੇ ਹਿਰਦੇ 'ਚ ਵਸਿਆ ਹੋਏਗਾ। ਜੇ ਵਸਿਆ ਹੀ ਨਹੀਂ, ਸਾਨੂੰ ਭੁੱਲ ਜਾਣਾ, ਅਤੇ ਜਦੋਂ ਸਾਨੂੰ ਭੁੱਲ ਹੀ ਗਿਆ ਅਤੇ ਫਿਰ ਕਮਾਉਣਾ ਹੀ ਕੀ ਹੈ। ਫਿਰ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਸੁਣੋ ਵੀ ਸਾਨੂੰ ਕੀ ਕਹਿੰਦੇ ਨੇ, ਫਿਰ ਸੁਣ ਕੇ ਇਸ ਨੂੰ ਫਿਰ ਮੰਨੋ, ਫਿਰ ਕਮਾਓ। ਸੁਣਿਆ ਮੰਨਿਆ ਮਨ ਕੀਤਾ ਭਾਉ, ਪਹਿਲਾਂ ਸੁਣਨਾ ਅਤੇ ਫਿਰ ਸੁਣ ਕੇ ਮੰਨਣਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ
ਵਾਹਿਗੁਰੂ ਵਾਹਿਗੁਰੂ